प्यारे विद्यार्थियों, प्यार भरी सत श्री अकाल। मैं लखविंदर कौर, पंजाबी मिस्ट्रेस, सरकारी हाई स्कूल पटोया। बेटा, मेरी पहली वीडियो ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਵਿੱਚ ਉੱਥੋਂ ਤੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਹੁਣ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਅੱਗੇ ਕੁਝ ਹੋਰ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰਾਂਗੇ। बेटा, गुरु गद्दी ते बहन तो बाद श्री गुरु तेग बहादुर जी गुरुद्वारियां दी यात्रा नूं तुर पए। खडूर साहिब, गोइंदवाल ते तरन ताਰਨ ਹੁੰਦੇ ਹੋਏ श्री ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਵਿੱਚ ਅਕਾਲ ਤਖਤ ਤੇ श्री ਹਰਮੰਦਰ ਸਾਹਿਬ ਦੇ ਬਾਅਦ ਹਜੂਰ ਉਸ ਥਾਂ ਬੈਠ ਗਏ ਸਨ ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਥੜਾ ਸਾਹਿਬ ਹੈ। ਪਰੰਤੂ ਜਦੋਂ ਆਪ ਹਰਮੰਦਰ ਸਾਹਿਬ ਦੇ ਦਰਸ਼ਨਾਂ ਜੇ ਜਾਣ ਲੱਗੇ ਤਾਂ ਮਸੰਦਾਂ ਦੇ ਚੁੱਕੇ ਹੋਏ ਕਈ ਦੋਖੀ ਸੇਵਾਦਾਰ ਜਿਹੜੇ ਨੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਜਿਸ ਤੇ ਗੁਰੂ ਜੀ ਨੇ ਬਾਹਰੋਂ ਹੀ ਮੱਥਾ ਟੇਕਿਆ ਤੇ ਮੁੜ ਪਏ ਤੇ ਅੰਮ੍ਰਿਤ ਸਰੀਏ ਅੰਦਰ ਸੜੀਏ ਕਹਿੰਦੇ ਹੋਏ ਵੱਲਾ ਸਾਹਿਬ ਵੱਲ ਤੁਰ ਪਏ, ਜੋ ਅੰਮ੍ਰਿਤਸਰ ਤੋਂ ਕੋਈ 4 ਕੁ ਮੀਲ ਦੀ ਦੂਰੀ ਤੇ ਸੀ। ਅੰਮ੍ਰਿਤਸਰੀਏ ਅੰਦਰ ਸੜੀਏ ਕਹਿ ਕੇ ਗੁਰੂ ਜੀ ਨੇ ਅੰਮ੍ਰਿਤਸਰ ਨਿਵਾਸੀਆਂ ਨੂੰ ਕੋਈ ਸਰਾਪ ਨਹੀਂ ਸੀ ਦਿੱਤਾ, ਸਗੋਂ ਉਹ ਤੇ ਉਹਨਾਂ ਦੋਖੀ ਸੇਵਾਦਾਰਾਂ ਦੀ ਨੀਵੀਂ ਮਾਨਸਿਕ ਦਸ਼ਾ ਵੱਲ ਇਸ਼ਾਰਾ ਕੀਤਾ ਸੀ। ਇਸ ਤੋਂ ਬਾਅਦ ਸ਼ਹਿਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਏ ਸਨ ਤੇ ਇਸ ਤਰ੍ਹਾਂ ਗੁੱਸੇ ਹੋ ਕੇ ਚਲੇ ਗਏ ਤੇ ਉਹ ਵੀ ਉਹਨਾਂ ਦੇ ਪਿੱਛੇ ਭੱਜ ਤੁਰੀਆਂ ਤੇ ਉਹਨਾਂ ਨੇ ਗੁਰੂ ਜੀ ਨੂੰ ਉੱਥੇ ਜਾ ਕੇ ਮਿਲ ਗਈਆਂ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ। ਇੱਥੇ ਸਤਿਗੁਰਾਂ ਨੇ ਸੰਗਤਾਂ ਨੂੰ ਤਸੱਲੀ ਦਿੱਤੀ ਅਤੇ ਅੱਗੇ ਵੱਲ ਨੂੰ ਤੁਰ ਪਏ। ਵੱਲੇ ਵਿੱਚ ਆਪ ਨੇ ਇੱਕ ਪ੍ਰੇਮਣ ਮਾਈ ਦੇ ਘਰ ਨਿਵਾਸ ਕੀਤਾ ਤੇ ਉਸ ਥਾਂ ਤੇ ਹੁਣ ਗੁਰਦੁਆਰਾ ਕੋਠਾ ਸਾਹਿਬ ਬਣਿਆ ਹੋਇਆ ਹੈ ਤੇ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨਾਂ ਦੇ ਲਈ ਆਉਂਦੀਆਂ ਨੇ। ਮਾਘ ਦੀ ਪੂਰਨਮਾਸ਼ੀ ਨੂੰ ਬੇਟਾ ਉੱਥੇ ਬੜਾ ਭਾਰੀ ਮੇਲਾ ਵੀ ਜਿਹੜਾ ਹੈ ਉਹ ਲੱਗਦਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਜਪ ਤਪ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਉਹ ਕੋਈ ਮਹਾਨ ਕੰਮ ਦੇ ਲਈ ਮੈਦਾਨ ਜਿਹੜਾ ਹੈ ਉਹ ਤਿਆਰ ਕਰ ਰਹੇ ਹੋਣ। ਇਸ ਗੱਲ ਦਾ ਪਤਾ ਬੇਟਾ ਗੁਰੂ ਜੀ ਦੀ ਯਾਤਰਾ ਤੋਂ ਵੀ ਲੱਗਦਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਪਿੱਛੋਂ ਇੰਨੀ ਲੰਮੀ ਯਾਤਰਾ ਹੋਰ ਕਿਸੇ ਗੁਰੂ ਸਾਹਿਬਾਂ ਨੇ ਨਹੀਂ ਕੀਤੀ ਜਿੰਨੀ ਕਿ ਸਾਹਿਬ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਹੈ। ਵੱਲਾ ਸਾਹਿਬ ਕੁਝ ਦਿਨ ਗੁਰੂ ਜੀ ਰਹੇ ਤੇ ਫਿਰ ਉੱਥੋਂ ਵਾਪਸ ਬਾਬੇ ਬਕਾਲੇ ਆ ਗਏ ਤੇ ਥੋੜੇ ਦਿਨ ਉੱਥੇ ਰਹਿਣ ਪਿੱਛੋਂ ਦੁਆਬੇ ਵੱਲ ਨੂੰ ਰਵਾਨਾ ਹੋ ਗਏ। ਅੰਮ੍ਰਿਤਸਰ ਤੋਂ ਕਰਤਾਰਪੁਰ, ਕਰਤਾਰਪੁਰੋਂ ਜਲੰਧਰ ਤੇ ਜਲੰਧਰ ਤੋਂ ਨਵਾਂ ਨਗਰ ਹੁੰਦੇ ਹੋਏ ਕੀਰਤਪੁਰ ਪਹੁੰਚ ਗਏ। ਉੱਥੇ ਆਪਣੇ ਭਰਾ ਭਾਈਆਂ ਤੇ ਸੋਢੀਆਂ ਦੀ ਈਰਖਾ ਤੋਂ ਬਚਣ ਲਈ ਆਪ ਨੇ ਇੱਕ ਨਿਵੇਕਲੀ ਜਿਹੀ ਥਾਂ ਜਿਹੜੀ ਹੈ ਉਹ ਚੁਣੀ ਅਤੇ ਉੱਥੇ ਉਹਨਾਂ ਨੇ ਰਾਜਾ ਕਹਿਲੂਰ ਕੋਲੋਂ ਮਾਖੋਵਾਲ ਨਗਰ ਦੀ ਧਰਤੀ ਲੈ ਕੇ 1665 ਈਸਵੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਵਸਾਇਆ। ਅਨੰਦਪੁਰ ਸਾਹਿਬ ਤੁਸੀਂ ਜਾਣਦੇ ਹੀ ਹੋ ਕਿ ਸਿੱਖ ਇਤਿਹਾਸ ਵਿੱਚ ਇਹ ਬਹੁਤ ਹੀ ਮਹੱਤਤਾ ਰੱਖਦਾ ਹੈ ਤੇ ਸਾਹਿਬ ਸ਼੍ਰੀ ਤੇਗ ਬਹਾਦਰ ਜੀ ਦੇ ਪਿੱਛੋਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਸ ਥਾਂ ਤੇ ਕਿਲੇ ਕਾਇਮ ਕੀਤੇ ਸਨ ਅਤੇ ਗੁਰੂ ਘਰ ਦੀ ਰਾਜਧਾਨੀ ਬਣਾ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀ ਬਦਨੀਤੀ ਜਿਹੜੀ ਹੈ ਬੇਟਾ ਉਹ ਵੱਧਦੀ ਜਾ ਰਹੀ ਸੀ। ਉਸਨੇ ਹਰ ਯੋਗ ਅਯੋਗ ਢੰਗ ਨਾਲ ਸਾਰੇ ਗੈਰ ਮੁਸਲਮਾਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਜਹਾਂਗੀਰ ਬਾਦਸ਼ਾਹ ਨੇ ਹਿੰਦੁਸਤਾਨ ਦੇ ਵਿੱਚ ਇਸਲਾਮ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਲਈ ਇਸ ਦੇਸ਼ ਦੇ ਹਿੰਦੂਆਂ ਨੂੰ ਮੁਸਲਮ ਬਣਾਉਣ ਦੀ ਜਿਹੜੀ ਪਾਲਿਸੀ ਹੈ ਉਹ ਗ੍ਰਹਿਣ ਕੀਤੀ ਸੀ ਤੇ ਔਰੰਗਜ਼ੇਬ ਨੇ ਵੀ ਇਸ ਪਾਲਿਸੀ ਨੂੰ ਪੂਰੇ ਜ਼ੋਰ ਦੇ ਨਾਲ ਚਲਾਇਆ। ਪਹਿਲੇ ਉਹਨੇ ਆਪਣੇ ਭਰਾਵਾਂ ਦਾ ਖੂਨ ਕੀਤਾ, ਫਿਰ ਉਸਨੇ ਆਪਣੇ ਪਿਓ ਨੂੰ ਵੀ ਕੈਦ ਕੀਤਾ ਤੇ ਬਾਅਦ ਵਿੱਚ ਉਹ ਦਿੱਲੀ ਦੇ ਰਾਜ ਸਿੰਘਾਸਨ ਤੇ ਬੈਠ ਗਿਆ। ਇਸ ਤੋਂ ਪਹਿਲਾਂ ਹੀ ਹਿੰਦੂਆਂ ਤੇ ਉਸਦੀਆਂ ਵਧੀਕੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਸਨ। 1644 ਈਸਵੀ ਵਿੱਚ ਜਦੋਂ ਉਹ ਹਾਲੇ ਗੁਜਰਾਤ ਦਾ ਗਵਰਨਰ ਹੀ ਸੀ ਤਾਂ ਉਸਨੇ ਅਹਿਮਦਾਬਾਦ ਵਿੱਚ ਚਿੰਤਾਮਣੀ ਦਾ ਪ੍ਰਸਿੱਧ ਮੰਦਿਰ ਜਿਹੜਾ ਹੈ ਉਹ ਢਾਹ ਕੇ ਤੇ ਉਸ ਤੇ ਮਸੀਤ ਜਿਹੜੀ ਹੈ ਉਹ ਬਣਵਾ ਦਿੱਤੀ ਸੀ। ਰਾਜਗੱਦੀ ਤੇ ਉਹ 1658 ਵਿੱਚ ਬੈਠਿਆ ਤੇ ਇਸ ਦੇ ਨਾਲ ਹੀ ਉਸਦੇ ਜ਼ੁਲਮਾਂ ਦੀ ਮਸ਼ੀਨਰੀ ਪੂਰੇ ਜ਼ੋਰ ਨਾਲ ਹਰਕਤ ਦੇ ਵਿੱਚ ਆ ਗਈ। ਸਭ ਤੋਂ ਪਹਿਲਾਂ ਉਸਨੇ ਹਿੰਦੂ ਮੰਦਿਰ ਤੇ ਹਿੰਦੂ ਵਿਦਿਅਕ ਆਸ਼ਰਮ ਬਣਾਉਣ ਦੀ ਮਨਾਹੀ ਜਿਹੜੀ ਹੈ ਉਹ ਕਰ ਦਿੱਤੀ।
ਉਹਨਾਂ ਦਿਨਾਂ ਵਿੱਚ ਅੱਜ ਕੱਲ੍ਹ ਵਾਂਗ ਕਾਨੂੰਨ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ। ਬਾਦਸ਼ਾਹ ਦੀ ਜ਼ੁਬਾਨ ਹੀ ਜਿਹੜੀ ਹੈ ਉਸ ਨੂੰ ਹੀ ਕਾਨੂੰਨ ਸਮਝਿਆ ਜਾਂਦਾ ਸੀ। ਤੇ 1659 ਈਸਵੀ ਦੇ ਵਿੱਚ ਉਸਨੇ ਕੁਝ ਸ਼ਾਹੀ ਫਰਮਾਨ ਜਿਹੜੇ ਨੇ ਉਹ ਜਾਰੀ ਕੀਤੇ, ਜਿਨ੍ਹਾਂ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਦੇਸ਼ ਦਾ ਰਾਜ ਪ੍ਰਬੰਧ ਕੁਰਾਨ ਦੇ ਅਨੁਸਾਰ ਹੀ ਕੀਤਾ ਜਾਵੇਗਾ। ਉਸਨੇ ਆਪਣੇ ਆਪ ਨੂੰ ਇਸਲਾਮ ਦਾ ਸਭ ਤੋਂ ਵੱਡਾ ਹਮਦਰਦ ਜਿਹੜਾ ਹੈ ਉਹ ਸਾਬਤ ਕੀਤਾ। ਲੋਕਾਂ ਨੂੰ ਇਸਲਾਮੀ ਸ਼ਰਅ ਅਨੁਸਾਰ ਚਲਾਉਣ ਲਈ ਉਸਨੇ ਮੁੱਲਾ ਖਾਂ ਤੁਰਾਨੀ ਨੂੰ 1000 ਸਵਾਰ ਦਿੱਤੇ, ਜੋ ਥਾਂ ਥਾਂ ਤੇ ਦੌਰੇ ਕਰਕੇ ਤੇ ਇਸਲਾਮ ਦੇ ਨਾਮ ਤੇ ਹਿੰਦੂਆਂ ਨੂੰ ਤਬਾਹ ਤੇ ਬਰਬਾਦ ਕਰਨ ਵਿੱਚ ਲੱਗ ਗਏ। ਜੇ ਉਹ ਇਸਲਾਮ ਦੇ ਪ੍ਰਚਾਰ ਨੂੰ ਮਸੀਤਾਂ ਬਣਾਉਣ ਜਾਂ ਲੋਕਾਂ ਨੂੰ ਪਿਆਰ ਨਾਲ ਇਸ ਧਰਮ ਵਿੱਚ ਲਿਆਉਣ ਤੱਕ ਰੱਖਦਾ ਤਾਂ ਇਹ ਕੋਈ ਬੁਰੀ ਗੱਲ ਨਹੀਂ ਸੀ, ਪਰ ਉਸਨੇ ਤਾਂ ਗੈਰ ਮੁਸਲਮਾਨਾਂ ਦੇ ਲਹੂ ਵਿੱਚ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਫਿਰ ਉਸਨੇ ਅਯੋਧਿਆ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਅਸਥਾਨ ਤੇ ਹੋਰ ਕਈ ਮੰਦਰ ਡੇਗ ਕੇ ਉਸਦੀ ਥਾਂ ਤੇ ਵੀ ਮਸੀਤਾਂ ਬਣਾ ਦਿੱਤੀਆਂ। ਮਥੁਰਾ ਵਿੱਚ ਰਾਜਾ ਵੀਰ ਸਿੰਘ ਬੰਦੇਲੇ ਨੇ 33 ਲੱਖ ਰੁਪਏ ਦੀ ਰਕਮ ਖਰਚ ਕਰਕੇ ਕੇਸ਼ਵਨਾਥ ਦਾ ਸ਼ਾਨਦਾਰ ਮੰਦਰ ਉਸਾਰਿਆ ਸੀ ਤੇ ਬਾਦਸ਼ਾਹ ਨੇ ਉਸ ਨੂੰ ਵਟਾ ਕੇ ਉੱਥੇ ਵੀ ਮਸੀਤ ਖੜੀ ਕਰ ਦਿੱਤੀ। ਫਿਰ ਬੇਟਾ ਉਹਨੇ 1675 ਈਸਵੀ ਵਿੱਚ ਜੋਤਸ਼ੀਆਂ ਤੇ ਰਾਜਧਾਰੀਆਂ ਤੇ ਪਾਬੰਦੀ ਲਾ ਦਿੱਤੀ ਤੇ ਗੈਰ ਮੁਸਲਮਾਨਾਂ ਦੇ ਲਈ ਰੇਸ਼ਮੀ ਕੱਪੜੇ ਪਾਉਣ ਦੀ ਵੀ ਮਨਾਹੀ ਕਰ ਦਿੱਤੀ। ਇਹ ਗੱਲ ਹਾਲੇ ਤੱਕ ਹਰੇਕ ਹਿੰਦੁਸਤਾਨੀ ਦੀ ਜ਼ੁਬਾਨ ਤੇ ਹੈ ਕਿ ਔਰੰਗਜ਼ੇਬ ਨੇ 1.25 ਮਣ ਜੰਜੂ ਲੁਹਾ ਕੇ ਰੋਟੀ ਖਾਣ ਦੀ ਕਸਮ ਖਾਧੀ ਹੋਵੇਗੀ। ਉਸ ਦੇ ਜ਼ੁਲਮ ਜਿਹੜੇ ਨੇ ਬੇਟਾ ਉਹ ਸਿਖਰ ਤੇ ਪੁੱਜੇ ਹੋਏ ਸਨ ਤੇ ਇੱਕ ਤਰ੍ਹਾਂ ਨਾਲ ਉਸਨੇ ਗੈਰ ਮੁਸਲਮਾਨਾਂ ਦੇ ਕਤਲਾਂ ਦਾ ਹੁਕਮ ਦੇ ਰੱਖਿਆ ਸੀ ਤੇ ਆਰਥਿਕ ਤੌਰ ਤੇ ਵੀ ਗੈਰ ਮੁਸਲਮਾਨਾਂ ਨੂੰ ਬਹੁਤ ਹੀ ਤੰਗ ਕੀਤਾ ਜਾਂਦਾ ਸੀ। ਔਰੰਗਜ਼ੇਬ ਇਸ ਦੇਸ਼ ਨੂੰ ਮੁਕੰਮਲ ਤੌਰ ਤੇ ਇਸਲਾਮੀ ਦੇਸ਼ ਬਣਾਉਣ ਦੇ ਲਈ ਤੁਲਿਆ ਹੋਇਆ ਸੀ। ਔਰੰਗਜ਼ੇਬ ਦੀਆਂ ਵਧੀਕੀਆਂ ਬੇਟਾ ਹਿੰਦੂਆਂ ਤੱਕ ਹੀ ਨਹੀਂ ਸਿੱਖਾਂ ਤੱਕ ਵੀ ਪਹੁੰਚ ਚੁੱਕੀਆਂ ਸਨ ਤੇ ਸੱਚੀ ਗੱਲ ਤਾਂ ਇਹ ਹੈ ਕਿ ਉਹ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਨਹੀਂ ਸੀ ਸਮਝਦਾ, ਕਿਉਂਕਿ ਉਸ ਸਮੇਂ ਸਿੱਖ ਵੀ ਹਜੇ ਕੁਝ ਘੱਟ ਗਿਣਤੀ ਵਿੱਚ ਹੀ ਸਨ ਤੇ ਵੱਖਰੀ ਕੌਮ ਦਾ ਰੂਪ ਉਹਨਾਂ ਨੇ ਹਾਲੇ ਧਾਰਨ ਨਹੀਂ ਕੀਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਸਿੱਖ ਗੁਰਦੁਆਰੇ ਵੀ ਢਾਹ ਦੇਣ ਦਾ ਹੁਕਮ ਦੇ ਦਿੱਤਾ ਸੀ ਤੇ ਮਸੰਦਾਂ ਨੂੰ ਗੁਰੂ ਘਰ ਲਈ ਉਗਰਾਹੀ ਕਰਨ ਵਾਸਤੇ ਦੌਰਾ ਕਰਨ ਦੀ ਵੀ ਮਨਾਹੀ ਕਰ ਦਿੱਤੀ ਸੀ। ਔਰੰਗਜ਼ੇਬ ਦਾ ਇਹ ਮਜ਼ਹਬੀ ਪੱਖਪਾਤ ਗੈਰ ਮੁਸਲਮਾਨਾਂ ਤੱਕ ਹੀ ਨਹੀਂ ਸਗੋਂ ਮੁਸਲਮਾਨਾਂ ਦੇ ਦੂਜੇ ਫਿਰਕਿਆਂ ਦਾ ਵੀ ਉਹ ਕੱਟੜ ਵੈਰੀ ਬਣ ਗਿਆ ਸੀ। ਉਹ ਆਪ ਸੁੰਨੀ ਮੁਸਲਮਾਨ ਸੀ ਤੇ ਸ਼ੀਆ ਮੁਸਲਮਾਨਾਂ ਦੀ ਸ਼ਕਲ ਵੀ ਦੇਖਣੀ ਜਿਹੜੀ ਹੈ ਉਹ ਪਸੰਦ ਨਹੀਂ ਸੀ ਕਰਦਾ। ਕਹਿੰਦੇ ਨੇ ਕਿ ਔਰੰਗਜ਼ੇਬ ਦੀ ਪੱਖਪਾਤ ਦੀ ਇੰਨੀ ਪਾਲਸੀ ਨੂੰ ਮੱਕੇ ਦੇ ਵੱਡੇ ਮਜ਼ਾਰ ਵੀ ਜਿਹੜੇ ਨੇ ਉਹ ਵੀ ਪਸੰਦ ਨਹੀਂ ਸੀ ਕਰਦੇ ਤੇ ਉਸ ਤੇ ਜ਼ੁਲਮਾਂ ਤੇ ਉਹਦੇ ਜ਼ੁਲਮਾਂ ਨੂੰ ਉਹ ਬਹੁਤ ਹੀ ਘਿਰਨਾ ਜਿਹੜੀ ਹੈ ਉਹ ਕਰਦੇ ਸੀ। ਹਰ ਸੱਚਾ ਆਦਮੀ ਜਿਹੜਾ ਹੈ ਉਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਸੀ। ਇੱਕ ਪਾਸੇ ਔਰੰਗਜ਼ੇਬ ਇਸ ਤਰ੍ਹਾਂ ਜ਼ੁਲਮ ਕਰ ਰਿਹਾ ਸੀ ਤੇ ਦੂਜੇ ਪਾਸੇ ਹਿੰਦ ਦੀ ਚਾਦਰ ਸਾਹਿਬ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਦੇ ਟਾਕਰੇ ਲਈ ਹਿੰਦੂਆਂ ਦੀਆਂ ਮੁਰਦਾ ਰੂਹਾਂ ਵਿੱਚ ਨਵਾਂ ਖੂਨ ਦਾਖਲ ਕਰਨ ਲਈ ਯਤਨ ਕਰ ਰਹੇ ਸਨ। ਅਨੰਦਪੁਰ ਨੂੰ ਵਸਾਉਣ ਤੋਂ ਪਿੱਛੋਂ ਗੁਰੂ ਜੀ ਪੂਰਬ ਦੇ ਦੌਰੇ ਨੂੰ ਨਿਕਲੇ। ਇਸ ਦਾ ਪਹਿਲਾ ਮਕਸਦ ਸਿੱਖੀ ਪ੍ਰਚਾਰ ਤਾਂ ਸੀ ਹੀ, ਪਰ ਨਾਲ ਹੀ ਇੱਕ ਵੱਡਾ ਉਦੇਸ਼ ਇਹ ਵੀ ਸੀ ਕਿ ਹਿੰਦੂ ਰਾਜਿਆਂ ਨੂੰ ਔਰੰਗਜ਼ੇਬ ਦੀ ਨੀਤੀ ਦੇ ਪ੍ਰਤੀ ਖਬਰਦਾਰ ਕੀਤਾ ਜਾਵੇ ਤੇ ਇਸ ਤਰ੍ਹਾਂ ਹਿੰਦੁਸਤਾਨ ਦੇ ਹਿੰਦੂਆਂ ਨੂੰ ਬਚਾਉਣ ਲਈ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਪਰ ਇਸ ਦੌਰੇ ਨੇ ਗੁਰੂ ਸਾਹਿਬ ਦੇ ਸਾਹਮਣੇ ਇਹ ਗੱਲ ਸਾਬਤ ਕਰ ਦਿੱਤੀ ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਹੈ ਤੇ ਕੋਈ ਵੱਡੇ ਤੋਂ ਵੱਡਾ ਵੀ ਮੁਗਲ ਸ਼ਾਹੀ ਦੇ ਸਾਹਮਣੇ ਦਮ ਮਾਰਨ ਦਾ ਹੌਸਲਾ ਜਿਹੜਾ ਹੈ ਉਹ ਨਹੀਂ ਕਰ ਸਕਦਾ। ਗੁਲਾਮੀ ਜਿਹੜੀ ਹੈ ਉਹ ਉਹਨਾਂ ਦੇ ਰੋਮ ਰੋਮ ਵਿੱਚ ਰਚ ਚੁੱਕੀ ਸੀ ਤੇ ਹਿੰਦੁਸਤਾਨ ਦੀ ਹਿੰਦੂ ਜਾਤੀ ਨੂੰ ਬਚਾਉਣ ਲਈ ਕਿਸੇ ਨਵੇਂ ਤੇ ਇਨਕਲਾਬੀ ਉਪਰਾਲੇ ਦੀ ਲੋੜ ਸੀ। ਨਵੰਬਰ 1665 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਹਿਲੀ ਵਾਰ ਦੇਸ਼ ਯਾਤਰਾ ਦੇ ਲਈ ਨਿਕਲੇ। ਇਸ ਵਾਰ ਉਹਨਾਂ ਨੇ ਦੱਖਣੀ ਪੰਜਾਬ ਤੇ ਬਾਂਗਰ ਦਾ ਵੀ ਦੌਰਾ ਕੀਤਾ। ਕੀਰਤਪੁਰੋਂ ਹੋ ਕੇ ਮਾਲਵੇ ਆਏ, ਮੁੱਲੇਵਾਲਾ, ਭਿੱਖੀ, ਖੀਵਾ ਮੋੜ, ਸਾਬੋ ਕੀ ਤਲਵੰਡੀ ਆਦਿ ਜਾ ਕੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ।
ਇਸ ਤੋਂ ਅੱਗੇ ਬਨੀ ਬਿਦਰਪੁਰ ਦੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਦਰਿਆ ਜਮਨਾ ਪਾਰ ਕਰਕੇ ਯੂਪੀ ਵਿੱਚ ਪੁੱਜ ਗਏ ਤੇ ਮਾਨਕਪੁਰ ਵਿੱਚ ਇੱਕ ਵੈਰਾਗੀ ਮਲੂਕ ਦਾਸ ਨੂੰ ਸਿੱਖ ਬਣਾਇਆ। ਇਸ ਤੋਂ ਅੱਗੇ ਸਾਹਿਬ ਮਥੁਰਾ ਤੇ ਆਗਰੇ ਹੁੰਦੇ ਹੋਏ ਪ੍ਰਯਾਗ ਪੁੱਜੇ। ਪ੍ਰਯਾਗ ਦੇ ਦਰਿਆ ਦੇ ਮਹੱਲੇ ਵਿੱਚ ਗੁਰੂ ਜੀ ਦੀ ਯਾਦਗਾਰ ਹੈ। ਇੱਥੋਂ ਅੱਗੇ ਕਾਸ਼ੀ ਪੁੱਜੇ। ਕਾਸ਼ੀ ਵਿੱਚ ਸਤਿਗੁਰਾਂ ਜੀ ਦੀ ਯਾਦਗਾਰ ਬੜੀ ਸਿੱਖ ਸੰਗਤ ਇੱਕ ਗੁਰਦੁਆਰਾ ਹੈ ਤੇ ਉਸ ਵਿੱਚ ਗੁਰੂ ਜੀ ਦੀਆਂ ਯਾਦਗਾਰਾਂ ਹਾਲੇ ਤੱਕ ਵੀ ਮੌਜੂਦ ਨੇ। ਇਸ ਤੋਂ ਅੱਗੇ ਹੋਰ ਥਾਵਾਂ ਤੋਂ ਹੁੰਦੇ ਹੋਏ ਪਰਿਵਾਰ ਸਮੇਤ ਪਟਨੇ ਪੁੱਜ ਗਏ, ਜਿੱਥੇ ਗੁਰੂ ਘਰ ਦੇ ਪੁਰਾਣੇ ਸਿੱਖ ਮੌਜੂਦ ਸਨ। ਭਾਈ ਸਾਲਸੀ ਰਾਏ ਤੇ ਬਦਰਕੇ ਦੀ ਸੰਤਾਨ ਜਗਤੇ ਸੇਠ ਨੇ ਆਪ ਦਾ ਸਵਾਗਤ ਕੀਤਾ। ਗੁਰੂ ਜੀ ਕੁਝ ਚਿਰ ਪਟਨੇ ਟਿਕੇ ਤੇ ਇਸ ਦੇ ਪਿੱਛੋਂ ਪਰਿਵਾਰ ਨੂੰ ਛੱਡ ਕੇ ਅੱਗੇ ਤੁਰੇ। ਇਹ ਪਟਨਾ ਸਾਹਿਬ ਬੇਟਾ ਉਹੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਹੈ ਤੇ ਇਸ ਕਰਕੇ ਸਿੱਖਾਂ ਦਾ ਇਹ ਪ੍ਰਸਿੱਧ ਤੀਰਥ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਈ ਦਿਨ ਪਟਨੇ ਦੇ ਨੇੜੇ ਤੇੜੇ ਦੇ ਪਿੰਡਾਂ ਨੂੰ ਤਾਰਦੇ ਰਹੇ। ਬਿਹਾਰ ਤੋਂ ਅੱਗੇ ਫੇਰ ਗੁਰੂ ਜੀ ਬੰਗਾਲ ਪੁੱਜੇ। ਢਾਕੇ ਵਿੱਚ ਦੋ ਮਸੰਦ ਭਾਈ ਨੱਥਾ ਤੇ ਬੁਲਾਕੀ ਦਾਸ ਰਹਿੰਦੇ ਸਨ। ਇਹ 7ਵੇਂ ਪਾਤਸ਼ਾਹ ਨੂੰ ਢਾਕੇ ਦੇ ਬਸਤਰ ਭੇਜਿਆ ਕਰਦੇ ਸਨ। ਇਹਨਾਂ ਦੋਹਾਂ ਮਸੰਦਾਂ ਦਾ ਆਪਸ ਵਿੱਚ ਝਗੜਾ ਚੱਲਿਆ ਆ ਰਿਹਾ ਸੀ। ਗੁਰੂ ਜੀ ਨੇ ਉਹ ਮਿਟਾਇਆ ਤੇ ਉਸ ਤੋਂ ਅੱਗੇ ਅਸਾਮ ਨੂੰ ਤੁਰ ਪਏ। ਸਾਹਿਬ ਅਸਾਮ ਦਾ ਦੌਰਾ ਕਰ ਹੀ ਰਹੇ ਸਨ ਕਿ ਪਟਨੇ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦੀ ਖਬਰ ਮਿਲੀ। ਗੁਰੂ ਜੀ ਨੇ ਇਸ ਖਬਰ ਤੇ ਬੜੀ ਖੁਸ਼ੀ ਮਨਾਈ ਤੇ ਗਰੀਬਾਂ ਨੂੰ ਬੜਾ ਪੁੰਨਦਾਨ ਕੀਤਾ। ਇੱਥੋਂ ਹੀ ਆਪ ਨੇ ਪਟਨਾ ਦੀਆਂ ਸੰਗਤਾਂ ਨੂੰ ਇੱਕ ਹੁਕਮਨਾਮਾ ਲਿਖਿਆ, ਜਿਸ ਵਿੱਚ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਦੀ ਸੰਭਾਲ ਲਈ ਪਟਨੇ ਦੀਆਂ ਸੰਗਤਾਂ ਦੀ ਪ੍ਰਸ਼ੰਸਾ ਕੀਤੀ। ਇਹ ਹੁਕਮਨਾਮਾ ਅਜੇ ਵੀ ਪਟਨੇ ਵਿੱਚ ਮੌਜੂਦ ਹੈ। ਆਪ ਨੇ ਅਸਾਮ ਵਿੱਚ ਗੁਹਾਟੀ, ਬੋਰੜੀ, ਰੰਗਮਤੀ ਅਤੇ ਕਮ ਖਾਸਾ ਵਿੱਚ ਚਰਨ ਪਾ ਕੇ ਇਹਨਾਂ ਜਗ੍ਹਾ ਨੂੰ ਵੀ ਪਵਿੱਤਰ ਕੀਤਾ। ਅਸਾਮ ਦੀ ਇਸ ਯਾਤਰਾ ਵਿੱਚ ਗੁਰੂ ਜੀ ਦੀ ਆਤਮ ਸ਼ਕਤੀ ਦੇ ਕਈ ਚਮਤਕਾਰ ਵੇਖਣ ਵਿੱਚ ਆਏ। ਬ੍ਰਹਮਪੁੱਤਰ ਦੇ ਕਿਨਾਰੇ ਬੇਟਾ ਇੱਕ ਵਾਰ ਸ਼ਾਹੀ ਕੈਂਪ, ਫੌਜ ਦਾ ਕੈਂਪ ਲੱਗਿਆ ਹੋਇਆ ਸੀ ਤੇ ਸਤਿਗੁਰੂ ਜੀ ਨੇ ਕਿਹਾ ਕਿ ਰਾਤ ਨੂੰ ਹੜ੍ਹ ਆ ਜਾਵੇਗਾ, ਪਰ ਮੁਗਲ ਹਾਕਮਾਂ ਨੇ ਇਹ ਗੱਲ ਨਾ ਮੰਨੀ। ਨਤੀਜਾ ਇਹ ਹੋਇਆ ਕਿ ਰਾਤ ਨੂੰ ਹੜ੍ਹ ਆ ਗਿਆ ਤੇ ਸ਼ਾਹੀ ਫੌਜ ਦੇ ਬਹੁਤ ਸਾਰੇ ਸਿਪਾਹੀ ਰੁੜ ਗਏ। ਕੁਝ ਚਿਰ ਪਿੱਛੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਆਸਾਮ ਤੇ ਰਾਜਾ ਰਾਮ ਸਿੰਘ ਦੇ ਵਿੱਚ ਜਿਹੜਾ ਝਗੜਾ ਚੱਲ ਰਿਹਾ ਸੀਗਾ, ਉਹਨਾਂ ਦੇ ਵਿੱਚ ਪੈ ਕੇ ਸੁਲ੍ਹਾ ਕਰਾ ਦਿੱਤੀ ਤੇ ਇਲਾਕਿਆਂ ਦੀ ਹੱਦਬੰਦੀ ਕਰਾ ਦਿੱਤੀ। ਇਸ ਤਰ੍ਹਾਂ ਦੋ ਹਿੰਦੂ ਰਾਜਿਆਂ ਦਾ ਮੇਲ ਜਿਹੜਾ ਹੈ ਉਹ ਹੋ ਗਿਆ। ਇਸ ਸੁਲਾਹ ਦੀ ਯਾਦ ਵਿੱਚ ਸਿੱਖਾਂ ਤੇ ਰਾਜਪੂਤਾਂ ਨੇ ਢਾਲਾਂ ਨਾਲ ਮਿੱਟੀ ਢੋ ਕੇ ਇੱਕ ਥੜਾ ਬਣਾਇਆ ਸੀ। ਅੱਜ ਇੱਥੇ ਗੁਰਦੁਆਰਾ ਧੋਬੜੀ ਸਾਹਿਬ ਪ੍ਰਸਿੱਧ ਹੈ। ਜਿਹੜੇ ਸਿੱਖ ਗੁਰੂ ਜੀ ਦੇ ਨਾਲ ਸਨ, ਉਹਨਾਂ ਨੇ ਉੱਥੇ ਰਹਿਣ ਲਈ ਗੁਰੂ ਜੀ ਨੇ ਇੱਕ ਨਗਰ ਵਸਾਇਆ ਤੇ ਉੱਥੇ ਖੰਜਰ ਗੱਡ ਕੇ ਉਸਦਾ ਨਾਮ ਖੰਜਰ ਰੱਖਿਆ। ਇਸ ਸੁਲਾਹ ਪਿੱਛੋਂ ਰਾਜਾ ਰਾਮ ਸਿੰਘ ਆਪਣੇ ਵਾਪਸ ਦੇਸ਼ ਨੂੰ ਮੁੜਿਆ, ਪਰ ਗੁਰੂ ਜੀ ਕੁਝ ਚਿਰ ਹੋਰ ਅਸਾਮ ਵਿੱਚ ਰਹੇ। ਰਾਜਾ ਅਸਾਮ ਨੇ ਸਾਹਿਬਾਂ ਦਾ ਬੜਾ ਸਤਿਕਾਰ ਕੀਤਾ। ਗੁਰੂ ਜੀ ਦੇ ਵਰ ਨਾਲ ਹੀ ਅਸਾਮ ਦੇ ਰਾਜੇ ਦੇ ਘਰ ਪੁੱਤਰ ਜਨਮਿਆ। ਰਾਜੇ ਨੇ ਉਸਦਾ ਨਾਮ ਰਤਨ ਰਾਏ ਰੱਖ ਕੇ ਗੁਰੂ ਜੀ ਦਾ ਸਿੱਖ ਬਣਾ ਦਿੱਤਾ। ਇਸ ਸਮੇਂ ਗੁਰੂ ਜੀ ਨੂੰ ਪੰਜਾਬ ਤੋਂ ਖਬਰ ਮਿਲੀ ਕਿ ਔਰੰਗਜ਼ੇਬ ਦੇ ਜ਼ੁਲਮ ਦਾ ਚੱਕਰ ਜਿਹੜਾ ਹੈ ਉਹ ਬਹੁਤ ਹੀ ਸਖਤੀ ਨਾਲ ਚੱਲ ਰਿਹਾ ਹੈ। ਇਸ ਲਈ ਉਹਨਾਂ ਇਸ ਪਾਸੇ ਪ੍ਰਚਾਰ ਦਾ ਹੋਰ ਕੰਮ ਵਿੱਚੇ ਹੀ ਛੱਡ ਦਿੱਤਾ ਤੇ ਪਿੱਛੇ ਦੀ ਤਿਆਰੀ ਕੀਤੀ। ਆਪ ਅਸਾਮ ਤੋਂ ਚੱਲ ਕੇ ਗਿਆ ਪੁੱਜੇ। ਇੱਥੋਂ ਪਟਨੇ ਦੇ ਮੁਖੀ ਸਿੱਖਾਂ ਭਾਈ ਦਿਆਲ ਦਾਸ ਅਤੇ ਰਾਮ ਰਾਏ ਨੂੰ ਆਪ ਨੇ ਹੁਕਮਨਾਮਾ ਲਿਖਿਆ ਕਿ ਪਰਿਵਾਰ ਨੂੰ ਸਾਹਿਬਜ਼ਾਦੇ ਸਮੇਤ ਸਿੱਧੇ ਅਨੰਦਪੁਰ ਸਾਹਿਬ ਭੇਜ ਦਿਓ ਤੇ ਹਜੂਰ ਯੂਪੀ ਵਿੱਚ ਦੀ ਹੁੰਦੇ ਹੋਏ ਸਿੱਧੇ ਅਨੰਦਪੁਰ ਸਾਹਿਬ ਪੁੱਜ ਗਏ। ਇਸ ਤੋਂ ਅੱਗੇ ਦੀ ਜਾਣਕਾਰੀ ਬੇਟਾ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੀ। ਧੰਨਵਾਦ।